प्यारे विद्यार्थियों, सब तो पहला आप सब ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੇਟਾ ਅੱਜ ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜਮਾਤ 10ਵੀਂ ਦੇ ਪ੍ਰਮੁੱਖ ਕਿੱਸਾ ਕਵੀ ਵਾਰਿਸ ਸ਼ਾਹ ਬਾਰੇ ਗੱਲਬਾਤ ਕਰਾਂਗੇ। ਜਦੋਂ ਆਪਾਂ ਵਾਰਿਸ ਸ਼ਾਹ ਦੀ ਗੱਲ ਕਰਦੇ ਹਾਂ ਤਾਂ ਵਾਰਿਸ ਸ਼ਾਹ ਦਾ ਨਾਮ ਸਭ ਤੋਂ ਪ੍ਰਸਿੱਧ ਉਸ ਦੀ ਰਚਨਾ ਹੀਰ ਦੇ ਕਾਰਨ ਹੋਇਆ। ਸਾਰਿਆਂ ਕਿੱਸੇਕਾਰਾਂ ਦੇ ਵਿੱਚੋਂ ਵਾਰਿਸ ਸ਼ਾਹ ਨੂੰ ਕਿੱਸਾਕਾਰਾਂ ਦਾ ਸਿਰਮੌਰ ਕਵੀ ਕਿਹਾ ਜਾਂਦਾ ਹੈ। ਵਾਰਿਸ ਸ਼ਾਹ ਨੇ ਆਪਣੇ ਕਿੱਸੇ ਦੇ ਵਿੱਚ ਹੀਰ ਦੀ ਰਚਨਾ ਕੀਤੀ ਅਤੇ ਉਸ ਦੀ ਇਸ ਰਚਨਾ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਬੜੀ ਵਾਹ ਵਾਹ ਹੋਈ। ਤਾਂ ਬੇਟਾ ਸਭ ਤੋਂ ਪਹਿਲਾਂ ਆਪਾਂ ਕਿੱਸਾ ਸ਼ੁਰੂ ਕਰਨ ਤੋਂ ਪਹਿਲਾਂ ਵਾਰਿਸ ਸ਼ਾਹ ਬਾਰੇ ਜਿਹੜੀ ਥੋੜ੍ਹੀ ਜਾਣਕਾਰੀ ਹੈ ਉਹ ਸਾਨੂੰ ਪਤਾ ਹੋਣੀ ਚਾਹੀਦੀ ਹੈ। ਤਾਂ ਬੇਟਾ ਵਾਰਿਸ ਸ਼ਾਹ ਕਿੱਸਾਕਾਰਾਂ ਦਾ ਸਿਰਮੌਰ ਕਵੀ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ਜਨਮ 1735 ਈਸਵੀ ਵਿੱਚ ਜੰਡਿਆਲਾ ਸ਼ੇਰ ਖਾਂ, ਜ਼ਿਲ੍ਹਾ ਸ਼ੇਖਪੁਰ, ਪੰਜਾਬ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਹੋਇਆ। ਉਹਨਾਂ ਦੇ ਮੁਰਸ਼ਦ ਅਰਥਾਤ ਜਿਨ੍ਹਾਂ ਤੋਂ ਇਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ, ਉਹਨਾਂ ਦਾ ਨਾਮ ਮੌਲਵੀ ਗੁਲਾਮ ਮਹੀਉਦੀਨ ਮਖਦੂਮ ਸੀ। ਵਾਰਿਸ ਸ਼ਾਹ ਨੇ ਪ੍ਰਮੁੱਖ ਕਿੱਸਾ ਹੀਰ ਰਾਂਝਾ ਲਿਖਿਆ, ਜੋ ਕਿ ਆਪਣੇ ਰੱਬ ਦੀ ਮਿਹਰ ਨਾਲ 1766 ਈਸਵੀ ਵਿੱਚ ਸੰਪੂਰਨ ਹੋਇਆ। ਰਾਂਝੇ ਦਾ ਪਿੰਡ ਤਖਤ ਹਜ਼ਾਰਾ ਸੀ। ਕਿੱਸੇ ਦੇ ਵਿੱਚ ਰਾਂਝੇ ਦਾ ਨਾਂ ਧੀਦੋ। ਵਾਰਿਸ ਸ਼ਾਹ ਨੇ ਆਪਣੇ ਜਿਹੜੀ ਹੀਰ ਦੀ ਰਚਨਾ ਕੀਤੀ, ਇਸ ਤੋਂ ਪਹਿਲਾਂ ਹੋਰ ਕਈ ਕਿੱਸਾਕਾਰ ਜਿਨ੍ਹਾਂ ਨੇ ਹੀਰ ਦੀ ਰਚਨਾ ਕੀਤੀ ਸੀ, ਉਹਨਾਂ ਦਾ ਨਾਂ ਹੈ ਦਮੋਦਰ, ਮੁਕਬਲ, ਅਹਿਮਦ ਗੁਜਰ ਅਤੇ ਹਾਮਦ। ਇਹਨਾਂ ਨੇ ਵੀ ਹੀਰ ਦਾ ਕਿੱਸਾ ਲਿਖਿਆ, ਪਰੰਤੂ ਸਭ ਤੋਂ ਹਰਮਨ ਪਿਆਰਾ ਜਿਹੜਾ ਕਿੱਸਾ ਹੈ ਉਹ ਵਾਰਿਸ ਸ਼ਾਹ ਦਾ ਹੋਇਆ। ਕਿੱਸੇ ਦੀ ਜਿਹੜੀ ਭਾਸ਼ਾ ਹੈ ਬੇਟਾ ਉਹ ਹੈ ਕੇਂਦਰੀ ਪੰਜਾਬੀ। ਤਾਂ ਹੁਣ ਆਪਾਂ ਕਿੱਸੇ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੀ ਜਮਾਤ ਦੇ ਵਿੱਚ ਹੈ ਕਵਿਤਾ ਕਿੱਸੇ ਦਾ ਆਰੰਭ। ਤਾਂ ਇਸ ਦੀਆਂ ਜਿਹੜੀਆਂ ਸਤਰਾਂ ਹਨ ਉਹ ਇਸ ਤਰ੍ਹਾਂ ਹਨ। ਇੱਕ ਤਖਤ ਹਜ਼ਾਰਿਓਂ ਗੱਲ ਕੀਚੇ, ਜਿੱਥੇ ਰਾਂਝਿਆਂ ਰੰਗ ਮਚਾਇਆ ਏ। छैल गबरू मस्त अल बेलड़े नी, सुंदर एक थी एक सवाया ई। छैल कोकले मुंदरी मांझ लूंगी, नवा ठाठ ते ठाठ चढ़ाया ई। किह शिफ्त हजारे दी आख शक्कां, गोया बैशित जमीन ते आया ई। ਤਾਂ ਬੇਟਾ ਇਹਨਾਂ ਸਤਰਾਂ ਦੇ ਵਿੱਚ ਜਿਹੜੀ ਹੈ ਆਪਾਂ ਇਸ ਦੀ ਵਿਆਖਿਆ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਦਾ ਪ੍ਰਸੰਗ ਕਰਾਂਗੇ। ਪ੍ਰਸੰਗ ਕਿਸ ਤਰ੍ਹਾਂ ਲਿਖਣਾ ਹੈ। ਇਹ ਕਾਵ ਟੋਟਾ ਵਾਰਿਸ ਸ਼ਾਹ ਦੇ ਕਿੱਸੇ ਹੀਰ ਵਿੱਚੋਂ ਲਿਆ ਗਿਆ ਹੈ ਅਤੇ ਇਹ ਸਾਹਿਤਮਾਲਾ ਪੁਸਤਕ ਵਿੱਚ ਕਿੱਸੇ ਦਾ ਆਰੰਭ ਸਿਰਲੇਖ ਹੇਠ ਦਰਜ ਹੈ। ਇਹਨਾਂ ਸਤਰਾਂ ਵਿੱਚ ਕਵੀ ਨੇ ਰਾਂਝੇ ਦੇ ਪਿੰਡ ਤਖਤ ਹਜ਼ਾਰੇ ਅਤੇ ਉਸ ਦੇ ਗੱਭਰੂਆਂ ਦੀ ਸਿਫਤ ਕੀਤੀ ਹੈ। ਅਰਥਾਤ ਰਾਂਝੇ ਦਾ ਜਿਹੜਾ ਪਿੰਡ ਹੈ ਤਖਤ ਹਜ਼ਾਰਾ, ਉੱਥੋਂ ਦੇ ਜਿਹੜੇ ਗੱਭਰੂ ਹਨ ਅਤੇ ਉਹ ਜਿਹੜਾ ਪਿੰਡ ਹੈ ਉਸ ਦੀ ਸਿਫਤ ਇਹਨਾਂ ਸਤਰਾਂ ਦੇ ਵਿੱਚ ਕੀਤੀ ਗਈ ਹੈ। ਬੇਟਾ ਹੁਣ ਇਸ ਦੀ ਵਿਆਖਿਆ ਹੈ। ਇਸ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਤਖਤ ਹਜ਼ਾਰੇ ਦੀ ਇੱਕ ਗੱਲ ਕਰਦਾ ਹਾਂ, ਜਿੱਥੇ ਰਾਂਝਿਆਂ ਨੇ ਬੜੀ ਰੌਣਕ ਲਾਈ ਹੋਈ ਹੈ। ਉੱਥੋਂ ਦੇ ਰਹਿਣ ਵਾਲੇ ਰਾਂਝੇ ਬੜੇ ਬਾਂਕੇ ਅਤੇ ਬੇਪਰਵਾਹ ਗੱਭਰੂ ਹਨ। ਉਹ ਕੰਨਾਂ ਵਿੱਚ ਵਾਲੇ, ਕੋਕਲੇ ਅਤੇ ਉਂਗਲੀਆਂ ਵਿੱਚ ਮੁੰਦਰੀਆਂ ਅਤੇ ਲੱਕ ਨਾਲ ਧਾਰੀਦਾਰ ਤਹਿਮਤ ਬੰਨ੍ਹ ਕੇ ਰੱਖਦੇ ਹਨ। ਬੇਟਾ ਇੱਥੇ ਤਹਿਮਤ ਇੱਕ ਲੱਕ ਦੇ ਨਾਲ ਜਿਹੜਾ ਹੈ ਚਾਦਰਾ ਬੰਨ੍ਹਿਆ ਜਾਂਦਾ ਹੈ, ਉਸ ਨੂੰ ਤਹਿਮਤ ਕਿਹਾ ਜਾਂਦਾ ਹੈ। ਕਵੀ ਕਹਿੰਦਾ ਹੈ ਕਿ ਮੈਂ ਤਖਤ ਹਜ਼ਾਰੇ ਦੀ ਸੁੰਦਰਤਾ ਦਾ ਕੀ ਬਿਆਨ ਕਰ ਸਕਦਾ ਹਾਂ। ਮੈਨੂੰ ਤਾਂ ਇੰਝ ਲੱਗਦਾ ਹੈ ਜਿਵੇਂ ਅਸਮਾਨਾਂ ਤੋਂ ਬੈਸਤ ਧਰਤੀ ਉੱਤੇ ਆ ਗਿਆ ਹੈ। ਬੇਟਾ ਇੱਥੇ ਬੈਸਤ ਦਾ ਅਰਥ ਹੈ ਸਵਰਗ। ਅਰਥਾਤ ਇਸ ਦੇ ਵਿੱਚ ਕਵੀ ਦੱਸਦਾ ਹੈ ਕਿ
तख्त हजारा पिंड जिहड़ा है वो इन्ना सुंदर है, उसकी सुंदरता नूं मैं बयान नहीं कर सकता। वो इंज लगता है जिवें धरती उत्ते स्वर्ग ही आ गया होवे। इस तो बाद बेटा आपां इसका करांगे केंद्री भाव। तख्त हजारा बैसत वर्गा सुंदर सी, वो रांझिਆਂ ਦਾ पिंड सी। उत्थों दे गबरू सुंदर, छैल छबीले ते शौकीन सन, जो वाले कोकले ते मुंदरियां पहनते सन अते लक नाल सुंदर तैमतां बन्नदे हन। ठीक है बेटा। हुण इस तो बाद है 2 नंबर जमीन का बंटवारा। परीक्षा की दृष्टि नाल इंपोर्टेंट है बेटा। तो इन्हां सत्तरां विच की लिखिया गया है, हजरत काजी ते पैंच सदाए सारे, भाइयां जिमी नूं कछ पवाया। वाडी दे जमीन दे बने मालक, बंजर जिमी रंजेटे नूं आया। कच्छा मार शरीक मजाक कर दे, भाइयां रांझे दी बाबे बनाया। गल भाबियां ए बनाए छड्डी, मगर जट दे फाकड़ी लाया। बेटा इन्हां सत्तरां दे विच जिहड़ी गल कीती गई है वो की है, आपां करदे हां। इस दे विच सब तो पहलां आपां करदे हां प्रसंग। ये काव टोटा वारिस शाह दे किस्से हीर विचों लिया गया है अते ये ਸਾਹਿਤਮਾਲਾ पुस्तक विच जमीन दा बंटवारा सिरलेख हेठ दर्ज है। इन्हां सत्तरां विच कवि ने तीदो रांझे दे बाप मौज दी मौत मगरों उस दे भरावां द्वारा उस नाल जमीन दी वंड विच धोखा करन ते फिर शरीकां द्वारा मेहणे मार के रांझे नूं तंग करन दा जिक्र कीता है। ठीक है बेटा। हुण आपां जिहड़ियां सत्तरां पढ़ियां हन उसकी व्याख्या की है। तीदो रांझे दे बाप मौज दे मरण मगरों। बेटा इस किस्से दे विच जिहड़ा है रांझे दा नां की है, तीदो सी, ते रांझे दे बाप दा नाम मौज। तां उस दे भरावां ने हजरत काजी ते पंचायत दे सारे मैंबरां नूं सद के जमीन दी मिणती करके वंड कीती। अर्थात उन्हां दे भरावां ने की कीता कि जिन्नी भी जमीन सी उस नूं वंडण लई उन्हां ने हजरत काजी नूं सद्दिया। तां रांझे दे हिस्से बंजर जही जमीन आई। तां काजी ने की कीता, उस दे भरा जिहड़े है वो बहुत ही ज़्यादा तेज सन। उन्हां ने की कीता कि रांझे दे हिस्से जिहड़ी है वो बंजर जही जमीन पा दित्ती। तां रांझे दे सारे शरीक खुश हो के उस नूं मखौल करदे सन कि उस दे भरावां ने उस नाल चंगी कीती है। तां रांझे दियां भाबियां ने रोज़ कोई ना कोई बदनामी दा तरीका जिहड़ा है वो फड़ लिया सी। तां बेटा इन्हां दे विच 17 दे विच ये दस्सिया गया है कि जमीन दा बंटवारा होया। उस दे भरावां ने जिहड़ी वधिया जमीन सी वो आपदे कोल रख लई ते जिहड़ी माड़ी जमीन सी वो रांझे नूं देती। ते इस दे कारण उस दे शरीक उस नाल डेली रोज़ाना जिहड़ा है वो मजाक करदे सी। तां जिस नाल जिहड़ा है वो रांझा जिहड़ा है वो घर छड्ड के चला जांदा है। बेटा इस कविता का केंद्री भाव की है, प्यो दे मरण मगरों जमीन दी वंड समय रांझे दे भरा काजी अते पंचायत नूं वड्डी दे के चंगी जमीन दे मालक बन गए। इस वंड तो रांझे दे शरीक बहुत खुश होए अते उस दियां भाबियां उस नूं रोज़ कोई ना कोई बदनामी देण लगियां। इस तो बाद तीसरी कविता है बेटा रांझे दा मसीत विच जाना। परीक्षा की दृष्टि नाल ये बहुत ही इंपोर्टेंट है। इन्हां दियां 17 इस तरह हैं। वाह लाए रहे भाई भाबियां भी, रांझा उठ हजारियों धाया। भुख नंग नूं झाग के पंद करदा, राती विच मसीत दे आया। हथ वंजली पकड़ के रात अद्धी, रांझे मजा भी खूब बनाया। रन मर्द ना पिंड विच रहा कोई, सब्बे गिरद मसीद दे धाया।
ਵਾਰਿਸ ਸ਼ਾਹ ਮੀਆਂ ਪਿੰਡ ਝਗੜਿਆਂ ਦੀ, ਪਿੱਛੋਂ ਮੁੱਲਾ ਮਸੀਤ ਦਾ ਆਏ। ਇਹਨਾਂ ਸਤਰਾਂ ਦਾ ਅਰਥ ਅਸੀਂ ਇਸ ਦੇ ਵਿੱਚ ਕਰਦੇ ਹਾਂ ਬੇਟਾ। ਸਭ ਤੋਂ ਪਹਿਲਾਂ ਇਸ ਦਾ ਪ੍ਰਸੰਗ ਜਿਹੜਾ ਹੈ, ਇਹ ਕਾਵਿ ਟੋਟਾ ਵਾਰਿਸ ਸ਼ਾਹ ਦੇ ਕਿੱਸੇ ਹੀਰ ਵਿੱਚੋਂ ਲਿਆ ਗਿਆ ਹੈ ਅਤੇ ਇਹ ਸਾਹਿਤਮਾਲਾ ਪੁਸਤਕ ਵਿੱਚ ਰਾਂਝੇ ਦਾ ਮਸੀਤ ਵਿੱਚ ਜਾਣਾ ਸਿਰਲੇਖ ਹੇਠ ਦਰਜ ਹੈ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਕਿਸ ਤਰ੍ਹਾਂ ਰਾਂਝਾ ਭਰਾਵਾਂ ਭਾਬੀਆਂ ਤੇ ਸਲੂਕ ਤੋਂ ਤੰਗ ਆ ਕੇ ਤਖਤ ਹਜ਼ਾਰੇ ਨੂੰ ਛੱਡ ਕੇ ਇੱਕ ਪਿੰਡ ਦੀ ਮਸੀਤ ਵਿੱਚ ਪੁੱਜਾ, ਜਿੱਥੇ ਉਸ ਦੀ ਵੰਝਲੀ ਨੂੰ ਸੁਣਨ ਲਈ ਸਾਰਾ ਪਿੰਡ ਆ ਜੁੜਿਆ। ਤਾਂ ਬੇਟਾ ਜਿਹੜਾ ਪ੍ਰਸੰਗ ਤੁਸੀਂ ਲਿਖਦੇ ਹੋ, ਉਸ ਪ੍ਰਸੰਗ ਦੇ ਵਿੱਚ ਉਹਨਾਂ ਸਤਰਾਂ ਦੇ ਵਿੱਚ ਜਿਹੜਾ ਹੈ, ਜਿਹੜੀ ਮੁੱਖ ਗੱਲ ਦੱਸੀ ਗਈ ਹੈ ਉਹ ਆਪਾਂ ਲਿਖਣੀ ਹੁੰਦੀ ਹੈ। ਇਹਨਾਂ ਸਤਰਾਂ ਦੀ ਵਿਆਖਿਆ ਇਸ ਤਰ੍ਹਾਂ ਹੈ। ਰਾਂਝੇ ਦੇ ਭਰਾਵਾਂ ਅਤੇ ਭਾਬੀਆਂ ਨੇ ਬਹੁਤ ਜ਼ੋਰ ਲਾਇਆ ਕਿ ਉਹ ਤਖਤ ਹਜ਼ਾਰਾ ਛੱਡ ਕੇ ਨਾ ਜਾਵੇ। ਹੁਣ ਤਖਤ ਹਜ਼ਾਰਾ ਛੱਡ ਕੇ ਉਹ ਇਸ ਲਈ ਜਾ ਰਿਹਾ ਸੀ ਕਿਉਂਕਿ ਉਸ ਦੇ ਭਰਾਵਾਂ ਨੇ ਉਸ ਨਾਲ ਬੜਾ ਭੇਦਭਾਵ ਕੀਤਾ, ਉਸ ਨੂੰ ਮਾੜੀ ਜ਼ਮੀਨ ਦੇ ਤੀ ਅਤੇ ਉਸ ਨਾਲ ਉਹ ਬੜਾ ਹੀ ਜਿਹੜਾ ਹੈ ਉਹ ਨਿਰਾਸ਼ ਹੋਇਆ। ਤਾਂ ਰਾਂਝਾ ਜਿਹੜਾ ਹੈ ਉਹ ਘਰ ਛੱਡ ਕੇ ਜਾ ਰਿਹਾ ਹੈ। ਉਸ ਦੀਆਂ ਭਾਬੀਆਂ ਜਿਹੜੀਆਂ ਹੈ ਉਸ ਨੂੰ ਰੋਕ ਰਹੀਆਂ ਹਨ, ਪਰ ਰਾਂਝਾ ਬਿਨਾਂ ਕਿਸੇ ਦੀ ਗੱਲ ਸੁਣੇ ਸਫ਼ਰ ਕਰਦਾ ਹੋਇਆ ਰਾਤੀ ਇੱਕ ਪਿੰਡ ਦੀ ਮਸੀਤ ਵਿੱਚ ਪੁੱਜਾ। ਜਦੋਂ ਰਾਂਝੇ ਨੇ ਅੱਧੀ ਰਾਤ ਨੂੰ ਵੰਝਲੀ ਵਜਾਉਣੀ ਸ਼ੁਰੂ ਕੀਤੀ ਤਾਂ ਵੰਝਲੀ ਦੀ ਆਵਾਜ਼ ਸੁਣ ਕੇ ਪਿੰਡ ਦੇ ਸਾਰੇ ਲੋਕ ਘਰ ਛੱਡ ਕੇ ਮਸੀਤ ਦੁਆਲੇ ਇਕੱਠੇ ਹੋ ਗਏ। ਇਸੇ ਸਮੇਂ ਹੀ ਝਗੜਾ ਕਰ ਕਰਕੇ ਨਾ ਥੱਕਣ ਵਾਲਾ ਮਸੀਤ ਦਾ ਮੁੱਲਾ ਵੀ ਉੱਥੇ ਆ ਗਿਆ। ਤਾਂ ਬੇਟਾ ਇਹਨਾਂ ਸਤਰਾਂ ਦੇ ਵਿੱਚ ਇਹ ਹੈ ਕਿ ਜਿਹੜਾ ਹੈ ਰਾਂਝਾ ਘਰ ਛੱਡ ਕੇ ਜਾ ਰਿਹਾ ਹੈ, ਉਸ ਦੀਆਂ ਭਾਬੀਆਂ ਜਿਹੜੀਆਂ ਹੈ ਉਸ ਨੂੰ ਰੋਕ ਰਹੀਆਂ ਹਨ, ਪਰ ਰਾਂਝਾ ਨਹੀਂ ਮੰਨਦਾ। ਉਹ ਘਰੋਂ ਨਿਕਲ ਜਾਂਦਾ ਹੈ ਅਤੇ ਰਾਤ ਨੂੰ ਇੱਕ ਮਸੀਤ ਦੇ ਵਿੱਚ ਪਹੁੰਚ ਗਿਆ। ਭੁੱਖ ਵੀ ਬੜੀ ਉਸ ਨੂੰ ਲੱਗੀ ਹੋਈ ਸੀ, ਤਾਂ ਉਸਨੇ ਕੀ ਕੀਤਾ ਕਿ ਅੱਧੀ ਰਾਤ ਨੂੰ ਆਪਣੀ ਵੰਝਲੀ ਜਿਹੜੀ ਹੈ ਉਹ ਵਜਾਉਣੀ ਸ਼ੁਰੂ ਕੀਤੀ, ਕਿਉਂਕਿ ਰਾਂਝਾ ਜਿਹੜਾ ਹੈ ਉਹ ਵੰਝਲੀ ਬਹੁਤ ਹੀ ਸੋਹਣੀ ਵਜਾਉਂਦਾ ਸੀ। ਤਾਂ ਉਸ ਦੀ ਵੰਝਲੀ ਦੀ ਆਵਾਜ਼ ਸੁਣ ਕੇ ਉਸ ਪਿੰਡ ਦੇ ਜਿੰਨੇ ਵੀ ਮਰਦ ਅਤੇ ਇਸਤਰੀ ਸੀ ਉਹ ਸਾਰੇ ਘਰਾਂ ਦੇ ਵਿੱਚੋਂ ਨਿਕਲ ਕੇ ਮਸੀਤ ਵਿੱਚ ਆ ਕੇ ਇਕੱਠੇ ਹੋ ਗਏ। ਅਤੇ ਇਸ ਮਸੀਤ ਦਾ ਜਿਹੜਾ ਮੁੱਲਾ ਸੀ, ਜਿਸ ਨੂੰ ਕਿ ਝਗੜਿਆਂ ਦੀ ਪੰਡ ਪਿੰਡ ਵਾਲੇ ਕਹਿੰਦੇ ਸੀ ਕਿ ਉਹ ਹਰ ਇੱਕ ਨਾਲ ਹੀ ਝਗੜਾ ਕਰਦਾ ਸੀਗਾ, ਉਹ ਵੀ ਇਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮਸੀਤ ਦੇ ਵਿੱਚ ਰਾਂਝੇ ਕੋਲ ਆਉਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਿਆ। ਤਾਂ ਬੇਟਾ ਇਸ ਤੋਂ ਬਾਅਦ ਜਿਹੜੇ ਹੈ ਆਪਾਂ ਜਿਹੜੀ ਕਵਿਤਾ ਪੜ੍ਹੀ ਹੈ, ਵਾਰਿਸ ਸ਼ਾਹ ਦਾ ਕਿੱਸਾ ਹੀਰ ਰਾਂਝਾ ਜਿਹੜਾ ਆਪਾਂ ਪੜ੍ਹਿਆ ਹੈ, ਉਸ ਦੇ ਵਿੱਚ ਕੁਝ ਮਹੱਤਵਪੂਰਨ ਜਿਹੜੇ ਪ੍ਰਸ਼ਨ ਹਨ ਉਹਨਾਂ ਬਾਰੇ ਆਪਾਂ ਜਿਹੜੇ ਇੱਥੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਵਾਰਿਸ ਸ਼ਾਹ ਨੇ ਕਿੱਸਾ ਕਿਸ ਦੀ ਮਿਹਰ ਨਾਲ ਸਮਾਪਤ ਕੀਤਾ। ਤਾਂ ਬੇਟਾ ਕਿੱਸਾ ਜਿਹੜਾ ਹੈ ਉਹ ਉਸਨੇ ਰੱਬ ਦੀ ਮਿਹਰ ਨਾਲ ਖ਼ਤਮ ਕੀਤਾ, ਆਪਾਂ ਪੜ੍ਹਿਆ ਹੈ 1766 ਈਸਵੀ ਦੇ ਵਿੱਚ। ਦੂਸਰਾ ਪ੍ਰਸ਼ਨ ਹੈ, ਵਾਰਿਸ ਸ਼ਾਹ ਨੂੰ ਕਿੱਸਾ ਲਿਖਣ ਦੀ ਫਰਮਾਇਸ਼ ਕਿਸ ਨੇ ਕੀਤੀ। ਤਾਂ ਬੇਟਾ ਪ੍ਰੀਖਿਆ ਦੀ ਦ੍ਰਿਸ਼ਟੀ ਨਾਲ ਇਹ ਪ੍ਰਸ਼ਨ ਬਹੁਤ ਹੀ ਇੰਪੋਰਟੈਂਟ ਹੈ। ਤਾਂ ਜਿਹੜਾ ਕਿੱਸਾ ਲਿਖਣ ਦੀ ਫਰਮਾਇਸ਼ ਹੈ ਉਹ ਉਸ ਦੇ ਯਾਰਾਂ ਨੇ ਕੀਤੀ ਸੀ, ਅਰਥਾਤ ਯਾਰਾਂ ਦੀ ਫਰਮਾਇਸ਼ 'ਤੇ ਹੀ ਉਸਨੇ ਹੀਰ ਦਾ ਕਿੱਸਾ ਲਿਖਣਾ ਸ਼ੁਰੂ ਕੀਤਾ। ਅਗਲਾ ਪ੍ਰਸ਼ਨ, ਵਾਰਿਸ ਸ਼ਾਹ ਨੇ ਪੂਰਾ ਦਿਮਾਗ ਲਾ ਕੇ ਕੀ ਲਿਖਿਆ। ਕਿੱਸੇ ਦੇ ਸ਼ੇਅਰ। ਇਸ ਕਿੱਸੇ ਦੇ ਵਿੱਚ ਕੁੱਲ 624 ਸ਼ੇਅਰ ਹਨ, ਜਿਨ੍ਹਾਂ ਨੂੰ ਬੈਂਤ ਕਿਹਾ ਜਾਂਦਾ ਹੈ। ਵਾਰਿਸ ਸ਼ਾਹ ਨੂੰ ਕਿੱਸੇ ਦੇ ਸ਼ੇਅਰ ਕਿਹੋ ਜਿਹੇ ਪ੍ਰਤੀਤ ਹੁੰਦੇ ਹਨ। ਮੋਤੀਆਂ ਦੀ ਲੜੀ, ਅਰਥਾਤ ਉਸਨੇ ਜਿਹੜੇ ਕਿੱਸੇ ਦੇ ਸ਼ੇਅਰ ਬਣਾਏ ਹਨ ਉਸ ਨੂੰ ਉਸ ਨੇ ਆਪਣੀ ਦਿਮਾਗ ਲਾ ਕੇ ਇਸ ਤਰ੍ਹਾਂ ਪਿਰੋਇਆ ਹੋਇਆ ਹੈ ਕਿ ਉਹ ਜਿਹੜੇ ਹੈ ਮੋਤੀਆਂ ਦੀ ਲੜੀ ਅਰਥਾਤ ਹਾਰ ਦੀ ਤਰ੍ਹਾਂ ਜਾਪਦੇ ਹਨ। ਵਾਰਿਸ ਸ਼ਾਹ ਨੂੰ ਕਿਸ ਦੀ ਇੱਛਾ ਸੀ। ਤਾਂ ਬੇਟਾ ਵਾਰਿਸ ਸ਼ਾਹ ਨੂੰ ਆਪਣੇ ਪਿਆਰੇ ਦੇ ਮਿਲਾਪ ਦੀ ਇੱਛਾ ਸੀ। ਵਾਰਿਸ ਸ਼ਾਹ ਨੇ ਪਰੀ ਕਿਸ ਨੂੰ ਕਿਹਾ ਹੈ। ਤਾਂ ਇਸ ਕਿੱਸੇ ਦੇ ਵਿੱਚ ਵਾਰਿਸ ਸ਼ਾਹ ਨੇ ਪਰੀ ਕਿਸ ਨੂੰ ਕਿਹਾ ਹੈ, ਹੀਰ ਨੂੰ ਕਿਹਾ ਹੈ। ਕੌਣ
ਛਮਕਾਂ ਪਕੜ ਕੇ ਮਾਰੋ ਮਾਰੋ ਕੂਕ ਰਹੀ ਸੀ। ਤਾਂ ਇਸ ਕਿੱਸੇ ਵਿੱਚ ਜਿਹੜੀ ਹੀਰ ਹੈ ਉਹ ਕੂਕ ਰਹੀ ਸੀ। ਅਗਲਾ ਪ੍ਰਸ਼ਨ, ਰਾਂਝੇ ਨੇ ਹੀਰ ਨੂੰ ਦੇਖਦਿਆਂ ਕੀ ਕਿਹਾ। ਤਾਂ ਇਸ ਕਿੱਸੇ ਦੇ ਵਿੱਚ ਜਦੋਂ ਰਾਂਝੇ ਨੇ ਹੀਰ ਨੂੰ ਵੇਖਿਆ ਤਾਂ ਉਸ ਦੇ ਮੂੰਹੋਂ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਨਿਕਲਿਆ ਉਹ ਸੀ ਵਾਹ ਸੱਜਣ। ਅਗਲਾ ਪ੍ਰਸ਼ਨ, ਰਾਂਝੇ ਨੇ ਕੰਨਾਂ ਵਿੱਚ ਕੀ ਪਾਇਆ ਹੋਇਆ ਸੀ। ਵਾਲੇ। ਕਿਸ ਦੇ ਮੁਖੜੇ ਉੱਤੇ ਜ਼ੁਲਫ ਪਰੇਸ਼ਾਨ ਹੋ ਗਈ। ਤਾਂ ਹੀਰ ਦੇ ਮੁਖੜੇ ਉੱਤੇ ਜਿਹੜੀ ਜ਼ੁਲਫ ਹੈ ਉਹ ਪਰੇਸ਼ਾਨ ਹੋ ਗਈ। ਤਾਂ ਬੇਟਾ ਆਪਾਂ ਅੱਜ ਵਾਰਿਸ ਸ਼ਾਹ ਦਾ ਕਿੱਸਾ ਪੜ੍ਹਿਆ। ਵਾਰਿਸ ਸ਼ਾਹ ਨੇ ਕਿੱਸਾ ਹੀਰ ਰਾਂਝਾ ਜਿਹੜਾ ਹੈ ਉਹ ਲਿਖਿਆ। ਵਾਰਿਸ ਸ਼ਾਹ ਸਭ ਤੋਂ ਹਰਮਨ ਪਿਆਰਾ ਕਿੱਸਾਕਾਰ ਮੰਨਿਆ ਜਾਂਦਾ ਹੈ। ਉਸ ਦੀ ਹੀਰ ਜਿਹੜੀ ਹੈ ਉਹ ਸਭ ਤੋਂ ਹਰਮਨ ਪਿਆਰੀ ਹੈ ਕਿਉਂਕਿ ਉਸ ਦੀ ਹੀਰ ਸਭ ਤੋਂ ਜ਼ਿਆਦਾ ਸੰਸਾਰ ਦੇ ਵਿੱਚ ਜਿਹੜੀ ਹੈ ਉਹ ਪ੍ਰਸਿੱਧ ਹੋਈ। ਅਤੇ ਇਸ ਕਿੱਸੇ ਤੋਂ ਸਾਨੂੰ ਉਸ ਸਮੇਂ ਦੀ ਯਾਨੀ ਕਿ ਜਿਹੜਾ ਵਾਰਿਸ ਸ਼ਾਹ ਹੈ ਉਹ ਪਿਛਲੇਰਾ ਮੁਗਲਈ ਜਿਹੜਾ ਕਾਲ ਹੈ ਉਦੋਂ ਇਸ ਦੀ ਰਚਨਾ ਕੀਤੀ ਗਈ ਸੀ ਅਤੇ ਉਸ ਸਮੇਂ ਦੀ ਜਿਹੜੀ ਸਥਿਤੀ ਹੈ ਉਸ ਬਾਰੇ ਵੀ ਪਤਾ ਲੱਗਦਾ ਹੈ। ਤਾਂ ਬੇਟਾ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਜਿਹੜਾ ਪ੍ਰਯਾਸ ਕੀਤਾ ਜਾ ਰਿਹਾ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਇਹ ਵਾਰਿਸ ਸ਼ਾਹ ਦਾ ਜਿਹੜਾ ਕਿੱਸਾ ਹੈ ਜਿਹੜਾ ਮੈਂ ਤੁਹਾਨੂੰ ਸਮਝਾਇਆ ਹੈ ਤਾਂ ਤੁਹਾਨੂੰ ਬਹੁਤ ਹੀ ਪਸੰਦ ਆਇਆ ਹੋਵੇਗਾ, ਤੁਹਾਨੂੰ ਸਮਝ ਆਇਆ ਹੋਵੇਗਾ। ਤਾਂ ਬੇਟਾ ਤੁਸੀਂ ਇਸ ਨੂੰ ਇੱਕ ਦੋ ਵਾਰ ਹੋਰ ਇੱਕ ਵਾਰੀ ਇਸ ਨੂੰ ਸੁਣਿਓ ਤਾਂ ਜੋ ਤੁਸੀਂ ਇਸ ਨੂੰ ਚੰਗੀ